ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰੋ। ਤਿਤ ਘਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਸਾਹਿਬ ਦੀ ਬਾਣੀ ਆਰੰਭ ਹੋਈ ਹੈ। ਸਾਉਣ ਵੇਲੇ ਪੜ੍ਹੀ ਜਾਣ ਵਾਲੀ ਬਾਣੀ ਹੈ ਸੋਹਿਲਾ। 3 ਨਾਮ ਹਨ ਇਸ ਬਾਣੀ ਦੇ। ਪਹਿਲਾ ਸਿਰਲੇਖ ਸੋਹਿਲਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸੋਹਿਲਾ ਨਾਮ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਆਰਤੀ ਸੋਹਿਲਾ ਸ਼ਬਦ ਵਰਤਿਆ ਹੈ। ਇਸ ਬਾਣੀ ਨੂੰ ਆਰਤੀ ਸੋਹਿਲਾ ਵੀ ਆਖਦੇ ਹਨ। ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਭਾਈ ਗੁਰਦਾਸ ਸਾਹਿਬ ਜੀ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਕੀਰਤਨ ਸੋਹਿਲਾ ਸ਼ਬਦ ਵੀ ਵਰਤਦੇ ਹਨ। ਇਸ ਕਰਕੇ 3 ਨਾਮ ਹਨ ਅਤੇ ਮੁੱਖ ਜੋ ਨਾਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸੋਹਿਲਾ ਪੜ੍ਹਿਆ ਜਾਂਦਾ ਹੈ। ਕੀਰਤਨ ਸੋਹਿਲਾ ਵੀ ਆਖਦੇ ਹਨ ਅਤੇ ਪੜ੍ਹਨ ਦੀ ਮਰਿਆਦਾ ਹੈ। ਸਮਾਂ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਆਸਣ ਉੱਤੇ ਬਿਰਾਜ ਕੇ ਸਿਰਹਾਣੇ ਵਾਲੇ ਪਾਸੇ ਮੂੰਹ ਕਰਕੇ ਪੜ੍ਹਨਾ ਹੈ। ਰਹਿਤਨਾਮਿਆਂ ਦੇ ਵਿੱਚ ਬਚਨ ਹੈ ਪਹਿਰ ਰਾਤ ਬੀਤ ਹੈ ਜਬ ਹੀ ਸੋਹਿਲਾ ਪਾਠ ਕਰੈ ਸੋ ਤਬ ਹੀ। ਬਾਕੀ ਦੀਆਂ ਬਾਣੀਆਂ ਅਸੀਂ ਚਲਦਿਆਂ ਫਿਰਦਿਆਂ ਵੀ ਪੜ੍ਹ ਸਕਦੇ ਹਾਂ, ਲੇਕਿਨ ਜੋ ਸੋਹਿਲਾ ਸਾਹਿਬ ਦੀ ਬਾਣੀ ਹੈ ਗੁਰੂ ਸਾਹਿਬਾਂ ਦੇ ਵੇਲੇ ਤੋਂ ਹੀ ਗੁਰੂ ਸਾਹਿਬ ਨੇ ਮਰਿਆਦਾ ਦੱਸੀ ਹੈ ਪੜ੍ਹਨ ਦੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪੜ੍ਹਨੀ ਹੈ। ਸੋ ਬਾਣੀ ਦਾ ਪਾਠ ਆਰੰਭ ਹੋ ਰਿਹਾ ਹੈ। ਬੜੇ ਧਿਆਨ ਸਹਿਤ ਇਕਾਗਰਤਾ ਦੇ ਨਾਲ ਸਮਝਣਾ ਹੈ। ਸਿਰਲੇਖ ਹੈ ਸੋਹਿਲਾ। ਸੋਹਿਲਾ ਪਾਠ ਨਹੀਂ ਕਹਿ ਦੇਣਾ ਜਾਂ ਸੋਹਲਾ ਨਹੀਂ ਕਹਿ ਦੇਣਾ। ਸੱਸੇ ਹੋੜਾ ਹਾਹੇ ਸਿਹਾਰੀ ਲੱਲੇ ਕੰਨਾ ਬੋਲਣਾ ਹੈ ਸੋਹਿਲਾ। ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਰਾਗ ਇਹ ਗੱਗਾ ਅਲੱਗ ਪੜ੍ਹਨਾ ਹੈ, ਗੌੜੀ ਦੀਪਕੀ ਵੱਖਰਾ ਪੜ੍ਹਨਾ ਹੈ। ਗੌੜੀ ਦੀਪਕੀ ਰਾਗ ਹੈ। ਆਮ ਹੀ ਜਦੋਂ ਅਸੀਂ ਪੜ੍ਹਦੇ ਜਾਂ ਸੁਣਦੇ ਹਾਂ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ। ਲੇਕਿਨ ਪੜ੍ਹਨਾ ਹੈ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਗੌੜੀ ਦੀਪਕੀ ਇਕੱਠਾ ਪੜ੍ਹਨਾ ਹੈ, ਮਹੱਲਾ ਪਹਿਲਾ ਇਹ ਇਕੱਠਾ ਪੜ੍ਹਨਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰੋ। ਜੈ ਘਰ ਇੱਥੇ ਜਮਕ ਹੈ, ਕੀਰਤ ਆਖੀਐ ਇੱਥੇ ਵਿਸਰਾਮ ਹੈ। ਕਰਤੇ ਕਾ ਹੋਇ ਵਿਚਾਰੋ। ਹੋਇ ਇਸ ਤਰ੍ਹਾਂ ਪੜ੍ਹਨਾ ਹੈ। ਹਾਏ ਹੋੜਾ ਲੰਮਾ ਬੋਲਣਾ ਹੈ। ਈੜੀ ਸਿਹਾਰੀ ਦੀ ਆਵਾਜ਼ ਥੋੜ੍ਹੀ ਹੈ। ਹੋਇ ਵਿਚਾਰੋ ਬੱਬੇ ਦੇ ਨਾਲ ਹੈ। ਤਿਤ ਘਰ ਇੱਥੇ ਜਮਕ ਹੈ। ਗਾਵਹੁ ਸੋਹਿਲਾ। ਗਾਵਹੁ ਇਸ ਤਰ੍ਹਾਂ ਪੜ੍ਹਨਾ ਹੈ। ਇਹਨੂੰ ਗਾਵਹੁ ਨਹੀਂ ਕਹਿ ਦੇਣਾ, ਹਾਹੇ ਦੇ ਲਾਂ ਲੱਗ ਜਾਵੇਗੀ। ਹਾਹੇ ਦੇ ਔਂਕੜ ਹੈ ਹੋ। ਗਾਵਹੁ ਗੱਗੇ ਕੰਨਾ ਲੰਮਾ ਬੋਲਣਾ ਹੈ। ਗਾਵਹੁ ਇਹ ਢੰਗ ਹੈ। ਸੋਹਿਲਾ ਇੱਥੇ ਵਿਸਰਾਮ ਹੈ। ਸਿਵਰਿਹੁ ਰਾਰੇ ਸਿਹਾਰੀ ਦੀ ਆਵਾਜ਼ ਦੇਣੀ ਹੈ ਸਿਵਰਿਹੁ। ਕਈ ਆਮ ਹੀ ਗਲਤੀ ਕਰਦੇ ਹਨ ਸਿਵਰਿਓ ਜਾਂ ਸਿਵਰਹੁ, ਰਾਰੇ ਸਿਹਾਰੀ ਛੱਡ ਜਾਂਦੇ ਹਨ। ਸਿਵਰਿਹੁ ਇਹ ਢੰਗ ਹੈ। ਸਿਰਜਣਹਾਰੋ ਸੱਸੇ ਦੇ ਸਿਹਾਰੀ ਹੈ। ਜੱਜਾ ਅਣਾਣਾ
ਅਣਾਣੇ ਦੀ ਆਵਾਜ਼ ਦੇਣੀ ਹੈ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ। ਤੁਮ ਗਾਵਹੁ, ਇੱਥੇ ਵਿਸਰਾਮ ਹੈ। ਮੇਰੇ ਨਿਰਭਉ ਕਾ ਸੋਹਿਲਾ, ਨਿਰਭਉ ਪਾਠ ਪੜ੍ਹਨਾ ਹੈ, ਊੜੇ ਔਂਕੜ ਹੈ, ਨਿਰਭਉ ਨਹੀਂ ਕਹਿ ਦੇਣਾ। ਮੇਰੇ ਨਿਰਭਉ ਕਾ, ਥੋੜ੍ਹਾ ਜਿਹਾ ਰੁਕ ਕੇ ਸੋਹਿਲਾ, ਇਸ ਤਰ੍ਹਾਂ ਸੁੱਧ ਪਾਠ ਹੈ। ਹਉ ਵਾਰੀ, ਇੱਥੇ ਜਮਕ ਹੈ। ਜਿਤ ਸੋਹਿਲਾ, ਹੁਣ ਲੱਲੇ ਉੱਤੇ ਦਲਾਈਆਂ ਹਨ। ਸੋਹਿਲਾ, ਇੱਥੇ ਵਿਸਰਾਮ ਹੈ। ਸਦਾ ਸੁਖ ਹੋਏ, ਹੋਏ ਨਹੀਂ ਕਹਿ ਦੇਣਾ, ਹੋਏ, ਇਹ ਪਾਠ ਢੰਗ ਹੈ। ਰਹਾਉ, ਨਿਤ ਨਿਤ ਜੀਅੜੇ ਸਮਾਲੀਅਨ, ਦੇਖੈਗਾ ਦੇਵਨਹਾਰ। ਨਿਤ ਨਿਤ ਪਾਠ ਕਸ ਕੇ ਬੋਲਣਾ ਹੈ। ਸਮਾਲੀਅਨ, ਲੱਲੇ ਬਿਹਾਰੀ ਹੈ। ਸਮਾਲੀਅਨ, ਕਈ ਲੱਲੇ ਦੇ ਸਿਹਾਰੀ ਲਾ ਕੇ ਬੋਲ ਦਿੰਦੇ ਹਨ, ਉਹ ਪਾਠ ਗਲਤ ਹੈ। ਸਮਾਲੀਅਨ ਦੇ ਉੱਤੇ ਵਿਸਰਾਮ ਹੈ। ਦੇਖੈਗਾ, ਖਖੇ ਦੇ ਦਲਾਈਆਂ ਹਨ। ਦੇਖੈਗਾ, ਇਹਨੂੰ ਦੇਖੇਗਾ ਨਹੀਂ ਕਹਿ ਦੇਣਾ, ਖਖੇ ਦੇ ਦਲਾਈਆਂ ਦੀ ਆਵਾਜ਼ ਦੇਣੀ ਹੈ। ਦੇਵਨਹਾਰ, ਅਣਾਣੇ ਦੇ ਨਾਲ ਹੈ। ਤੇਰੇ ਦਾਨੈ ਕੀਮਤ ਨਾ ਪਵੈ, ਤੇਰੇ ਲਾਵਾਂ ਹਨ। ਦਾਨੈ, ਨੰਨੇ ਦੇ ਦਲਾਈਆਂ ਹਨ। ਨੰਨੇ ਕੰਨਾ ਹੈ ਨਾ। ਪਵੈ, ਵਾਵੇ ਦੇ ਦਲਾਈਆਂ ਦੀ ਆਵਾਜ਼ ਦੇਣੀ ਹੈ। ਪਵੈ, ਇੱਥੇ ਵਿਸਰਾਮ ਹੈ। ਤਿਸ ਦਾਤੇ ਕਵਣ ਸੁਮਾਰ, ਸੱਸੇ ਔਂਕੜ ਦੀ ਆਵਾਜ਼ ਦੇਣੀ ਹੈ। ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਸੰਬਤ, ਸਸੇ ਉੱਤੇ ਟਿੱਪੀ ਦੀ ਆਵਾਜ਼ ਕੱਸ ਕੇ ਦੇਣੀ ਹੈ। ਸੰਬਤ ਸਾਹਾ, ਸਸੇ ਕੰਨਾ ਹਾਹੇ ਕੰਨਾ, ਸਾਹਾ, ਲਿਖਿਆ, ਇੱਥੇ ਵਿਸਰਾਮ ਹੈ। ਮਿਲ ਕਰ ਪਾਵਹੁ, ਜਿਵੇਂ ਪਾਠ ਬੋਲਿਆ ਸੀ ਗਾਵਹੁ, ਇਸੇ ਤਰ੍ਹਾਂ ਪੱਪੇ ਦੇ ਨਾਲ ਹੈ। ਪਾਵਹੁ, ਤੇਲ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਦੇਹੁ, ਦੇਹੁ ਨਹੀਂ ਕਹਿ ਦੇਣਾ, ਹਾਹੇ ਔਂਕੜ ਹੈ। ਦੇਹੁ, ਸੱਜਣ, ਅੱਧਕ ਦੇ ਨਾਲ ਬੋਲਣਾ ਹੈ। ਸੱਜਣ ਅਸੀਸੜੀਆ, ਐੜੇ ਕੰਨਾਂ ਲਾ ਕੇ ਆ ਸੀਸੜੀਆ ਨਹੀਂ ਕਹਿ ਦੇਣਾ, ਜਲਦੀ ਨਾਲ ਪਾਠ ਬੋਲਣਾ ਹੈ। ਅਸੀਸੜੀਆ, ਇੱਥੇ ਵਿਸਰਾਮ ਹੈ। ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ, ਇੱਥੇ ਜਮਕ ਹੈ। ਏਹੋ, ਹੁਣ ਹਾਹੇ ਹੋੜਾ ਹੈ। ਏਹੋ, ਪਹੁੰਚਾ, ਪੱਪੇ ਕੰਨਾ ਹਾਹੇ ਔਂਕੜ, ਚੱਚੇ ਕੰਨਾ ਹੈ। ਪਾਠ ਬੋਲਣਾ ਹੈ ਪਹੁੰਚਾ। ਪਹੁੰਚਾ ਨਹੀਂ ਕਹਿ ਦੇਣਾ ਜਾਂ ਪਹੁੰਚਾ ਨਹੀਂ ਕਹਿ ਦੇਣਾ, ਟਿੱਪੀ ਲਾ ਕੇ। ਪੱਪੇ ਕੰਨਾ ਲੰਮਾ ਬੋਲਣਾ ਹੈ। ਹਾਹੇ ਔਂਕੜ, ਚੱਚੇ ਕੰਨਾ। ਪਹੁੰਚਾ, ਇੱਥੇ ਵਿਸਰਾਮ ਹੈ। ਸੱਦੜੇ, ਪਾਠ ਕੱਸ ਕੇ ਬੋਲਣਾ ਹੈ। ਨਿਤ ਪਵੰਨ, ਵਾਵੇ ਉੱਤੇ ਟਿੱਪੀ ਹੈ। ਪਵੰਨ। ਸੱਦਣਹਾਰਾ, ਪਾਠ ਇਕੱਠਾ ਹੀ ਬੋਲਣਾ ਹੈ, ਕੱਸ ਕੇ ਬੋਲਣਾ ਹੈ, ਇਹਨੂੰ ਸੱਦਣਹਾਰਾ ਨਹੀਂ ਕਹਿ ਦੇਣਾ। ਸੱਦਣਹਾਰਾ। ਸਿਮਰੀਐ, ਰਾਰੇ ਦੇ ਬਿਹਾਰੀ ਹੈ। ਸਿਮਰੀਐ, ਇੱਥੇ ਵਿਸਰਾਮ ਹੈ। ਨਾਨਕ, ਇੱਥੇ ਜਮਕ ਹੈ। ਸੇ ਦੇਹ, ਦੱਦੇ ਸਿਹਾਰੀ ਹੈ, ਹਾਹਾ ਮੁਕਤਾ ਹੈ। ਦੇਹ। ਆਵੰਨ, ਵਾਵੇ ਟਿੱਪੀ ਹੈ। ਐੜੇ ਕੰਨਾ ਵਾਵੇ ਟਿੱਪੀ ਹੈ। ਆਵੰਨ। ਰਾਗ ਆਸਾ, ਮਹੱਲਾ ਪਹਿਲਾ। ਛੇ ਘਰ ਛੇ ਗੁਰ, ਛੇ ਉਪਦੇਸ। ਗੁਰ ਗੁਰ ਏਕੋ, ਵੇਸ ਅਨੇਕ। ਛੇ ਘਰ ਛੇ ਗੁਰ, ਛੇ ਉਪਦੇਸ। ਪਾਠ ਬੋਲਣਾ ਹੈ।
ਛੇ ਆ, ਇਹਨੂੰ ਛੇ ਨਹੀਂ ਕਹਿ ਦੇਣਾ। ਸ਼ਸ਼ੇ ਦੇ ਲਾਂ ਲਾ ਕੇ ਛੇ ਪਾਠ ਨਹੀਂ ਕਹਿਣਾ। ਛੇ ਘਰ, ਛੇ ਗੁਰ, ਛੇ ਉਪਦੇਸ਼। ਐੜੇ ਮੁਕਤੇ ਦੀ ਆਵਾਜ਼ ਦੇਣੀ ਹੈ। ਇਹ ਧਿਆਨ ਰੱਖਣਾ ਹੈ, ਬੜੇ ਧਿਆਨ ਨਾਲ ਸਮਝ ਕੇ ਬੋਲਣਾ ਹੈ। ਗੁਰ ਗੁਰ ਏਕੋ, ਇੱਥੇ ਵਿਸਰਾਮ ਹੈ। ਵੇਸ ਅਨੇਕ, ਗੁਰ ਗੁਰ ਨਹੀਂ ਕਹਿ ਦੇਣਾ, ਨਖੇੜ ਕੇ ਬੋਲਣਾ ਹੈ। ਬਾਬਾ, ਇੱਥੇ ਯਮਕ ਹੈ। ਜੈ ਘਰ, ਇੱਥੇ ਵਿਸਰਾਮ ਹੈ। ਕਰਤੇ ਕੀਰਤ ਹੋਏ, ਇਸ ਤਰ੍ਹਾਂ ਹੋਏ ਪਾਠ ਇਸ ਤਰ੍ਹਾਂ ਪੜ੍ਹਨਾ ਹੈ। ਸੋ ਘਰ ਰਾਖ, ਇੱਥੇ ਵਿਸਰਾਮ ਹੈ। ਆਮ ਹੀ ਵਿਸਰਾਮ ਦੀ ਗਲਤੀ ਕੀ ਕਰਦੇ ਹਨ? ਸੋ ਘਰ ਰਾਖ ਵਡਾਈ ਤੋਏ, ਇਸ ਤਰ੍ਹਾਂ ਨਹੀਂ ਹੈ। ਸੋ ਘਰ ਰਾਖ, ਇੱਥੇ ਰੁਕਣਾ ਹੈ। ਵਡਾਈ ਤੋਏ, ਜਿਸ ਤਰ੍ਹਾਂ ਪੜ੍ਹਿਆ ਹੈ ਹੋਏ, ਇਸੇ ਤਰ੍ਹਾਂ ਪਾਠ ਹੈ ਤੋਏ। ਰਹਾਉ, ਅਗਲਾ ਪਾਠ ਹੈ ਵਿਸਵੇ। ਵਾਵੇ ਸਿਹਾਰੀ ਸਸੇ ਔਂਕੜ ਹੈ, ਈੜੀ ਲਾਂ ਹੈ। ਵਿਸਵੇ ਕੱਸ ਕੇ ਬੋਲਣਾ ਹੈ। ਵਿਸੂਏ ਨਹੀਂ ਕਹਿ ਦੇਣਾ। ਵਿਸਵੇ ਚਸਿਆ, ਚਸਿਆ ਪਾਠ ਪੋਲਾ ਹੈ। ਚਸਿਆ ਨਹੀਂ ਕਹਿ ਦੇਣਾ, ਪੋਲਾ ਜਿਹਾ ਪੜ੍ਹਨਾ ਹੈ ਚਸਿਆ। ਘੜੀਆ ਪਹਿਰਾ, ਇੱਥੇ ਵਿਸਰਾਮ ਹੈ। ਥਿੱਤੀ ਵਾਰੀ ਮਾਹੋ ਹੋਆ, ਮੰਮੇ ਕੰਨਾ ਮਾ ਹਾਹੇ ਅੰਕੜ ਹੋ, ਮਾਹੋ ਹੋਆ, ਹੋਆ ਵੱਖਰਾ ਪੜ੍ਹਨਾ ਹੈ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਮੇਂ ਦੀ ਵੰਡ ਦੇ ਅਨੁਸਾਰ ਸਮਝਾਉਣਾ ਕੀਤਾ ਹੈ। ਇੱਕ ਵਾਰੀ ਅੱਖ ਨੂੰ ਖੋਲ੍ਹ ਕੇ ਬੰਦ ਕਰੀਏ ਤਾਂ ਨਿਮਖ ਹੁੰਦਾ ਹੈ। 15 ਨਿਮਖ ਹੋਣ ਤਾਂ ਇੱਕ ਵਿਸਾ ਹੈ। 15 ਵਿਸਿਆਂ ਦਾ ਇੱਕ ਚਸਾ ਹੈ। 30 ਚਸਿਆਂ ਦਾ ਇੱਕ ਪਲ, 60 ਪਲਾਂ ਦੀ ਇੱਕ ਘੜੀ, 2 ਘੜੀਆਂ ਦਾ ਇੱਕ ਮਹੂਰਤ, 7.5 ਘੜੀਆਂ ਦਾ ਇੱਕ ਪਹਿਰ ਹੈ। 8 ਪਹਿਰਾਂ ਦਾ ਇੱਕ ਦਿਨ ਤੇ ਰਾਤ ਹੈ। 7 ਦਿਨਾਂ ਦਾ ਇੱਕ ਹਫ਼ਤਾ, 30 ਦਿਨਾਂ ਦਾ ਇੱਕ ਮਹੀਨਾ, 2 ਮਹੀਨਿਆਂ ਦੀ ਰੁੱਤ, 6 ਰੁੱਤਾਂ ਦਾ ਇੱਕ ਸਾਲ ਹੁੰਦਾ ਹੈ। ਸੋ ਇਸ ਤਰ੍ਹਾਂ ਇਹ ਸਮੇਂ ਦੀ ਵੰਡ ਹੈ। ਸੋ ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਮੇਂ ਦੀ ਵੰਡ ਦੇ ਅਨੁਸਾਰ ਬਚਨ ਕੀਤੇ ਹਨ। ਜੀਵ ਨੂੰ ਸਮਝਾਉਣਾ ਕੀਤਾ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਸੂਰਜ ਏਕੋ, ਇੱਥੇ ਵਿਸਰਾਮ ਹੈ। ਰੁੱਤ ਅਨੇਕ, ਨਾਨਕ, ਇੱਥੇ ਯਮਕ ਹੈ। ਨਾਨਕ ਕਰਤੇ ਕੇ ਕੇਤੇ ਵੇਸ, ਕਰਤੇ ਕੇ, ਇੱਥੇ ਵਿਸਰਾਮ ਹੈ। ਕੇਤੇ ਵੇਸ, ਇਹ ਅਲੱਗ ਪੜ੍ਹਨਾ ਹੈ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹੋ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ